ਸਤਿ ਸ਼੍ਰੀ ਅਕਾਲ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਵਿਸਥਾਰ ਇਸ ਤਰ੍ਹਾਂ ਹੈ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿੱਲਾਂ ਦੇ ਵਿਰੋਧ ਵਿੱਚ ਜਿੱਥੇ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ 4 ਮਹੀਨਿਆਂ ਤੋਂ ਧਰਨੇ ਤੇ ਬੈਠੇ ਹੋਏ ਨੇ, ਉੱਥੇ ਹੀ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸੇ ਲੜੀ ਤਹਿਤ ਅੱਜ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਵੱਖ-ਵੱਖ ਸ਼ਹਿਰ ਤੇ ਕਸਬੇ ਪੂਰਨ ਤੌਰ ਤੇ ਬੰਦ ਦਿਖਾਈ ਦਿੱਤੇ। ਇਸ ਮੌਕੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਪੱਤਰਕਾਰ ਵੱਲੋਂ ਇਲਾਕੇ ਦੇ ਕੁਝ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ। ਉਹਨਾਂ ਅੱਜ ਦੇ ਭਾਰਤ ਬੰਦ ਤੇ ਇਲਾਕੇ ਭਰ ਵਿੱਚ ਦੁਕਾਨਦਾਰਾਂ ਵੱਲੋਂ ਬਾਜ਼ਾਰ ਮੁਕੰਮਲ ਤੌਰ ਤੇ ਬੰਦ ਕਰਕੇ ਸੰਯੁਕਤ ਕਿਸਾਨ ਮੋਰਚੇ ਨੇ ਦਿੱਤਾ ਹੈ, ਜਿਨ੍ਹਾਂ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਧੰਨਵਾਦ ਕਰਦੇ ਹਾਂ। ਉਹਨਾਂ ਕਿਹਾ ਕਿ ਅਸੀਂ ਭਾਰਤ ਦੀ ਕੇਂਦਰ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਸੰਯੁਕਤ ਕਿਸਾਨ ਮੋਰਚਾ ਤਿੰਨੇ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾ ਕੇ ਹੀ ਦਮ ਲਵੇਗਾ। संयुक्त किसान मोर्चे ने 26 मार्च ਨੂੰ ਅੱਜ ਦਾ ਦਿਨ ਭਾਰਤ ਬੰਦ ਦਾ ਸੱਦਾ ਦਿੱਤਾ ਸੀ। ਉਹਦੇ ਵਿੱਚ ਦੁਕਾਨਦਾਰਾਂ ਦਾ, ਕਿਸਾਨਾਂ ਦਾ, ਮਜ਼ਦੂਰਾਂ ਦਾ ਬਹੁਤ ਵਧੀਆ ਸਾਨੂੰ ਸਮਰਥਨ ਮਿਲ ਰਿਹਾ ਵਾ। ਸਾਰੇ ਹੀ ਕਿਸਾਨ ਮੋਰਚੇ ਦੇ ਨਾਲ ਨੇ, ਜਿਹੜੇ ਸਾਰੇ ਦੇ ਸਾਰੇ ਚਾਹੁੰਦੇ ਨੇ ਵੀ ਕਾਲੇ ਕਾਨੂੰਨ ਵਾਪਸ ਹੋਣ ਤੇ ਤਾਂ ਹੀ ਇਹ ਜਿਹੜੀ ਸਾਡੇ ਮੁਲਕ ਦੀ, ਸਾਡੇ ਦੇਸ਼ ਦੀ ਤੇ ਸਾਡੇ ਕਿਸਾਨਾਂ ਘਰਾਂ ਦੀ ਹਰਿਆਲੀ ਜਿਹੜੀ ਆ ਉਹ ਕਾਮਯਾਬ ਰਹਿ ਸਕਦੀ ਆ। ਬਹੁਤ ਵਧੀਆ ਸਾਨੂੰ ਹੁੰਗਾਰਾ ਮਿਲ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੀ ਕਾਲ ਦਿੱਤੀ ਗਈ ਹੈ 26 ਤਰੀਕ ਨੂੰ ਭਾਰਤ ਬੰਦ ਦੀ, ਜਾਂ ਕਿ ਜਿੰਨੋਂ 4 ਮਹੀਨੇ ਹੋ ਗਏ ਕਿਸਾਨਾਂ ਨੂੰ ਦਿੱਲੀ ਧਰਨੇ ਤੇ ਬੈਠਿਆਂ, ਪਰ ਮੋਦੀ ਸਰਕਾਰ ਜਿਹੜੀ ਆ ਉਹਦੀ ਕੰਨਾਂ ਤੇ ਕੋਈ ਜੂੰ ਨਹੀਂ ਸਰਕ ਰਹੀ। ਉਹਦੇ ਸੰਬੰਧ ਦੇ ਵਿੱਚ ਜਿਹੜਾ ਪੰਜਾਬ ਮੁਕੰਮਲ ਬੰਦ ਆ ਤੇ ਹਲਕਾ ਡੇਰਾ ਬਾਬਾ ਨਾਨਕ ਖਾਸ ਤੌਰ ਤੇ ਸਾਰੇ ਕਸਬੇ ਧਿਆਨਪੁਰ, ਕਲਾਨੌਰ, ਡੇਰਾ ਬਾਬਾ ਨਾਨਕ, ਤਲਵੰਡੀ ਰਾਮਾ, ਜਿੰਨੇ ਵੀ ਕਸਬੇ ਨੇ ਹਲਕਾ ਡੇਰਾ ਬਾਬਾ ਨਾਨਕ ਪੂਰਨ ਤੌਰ ਤੇ ਬੰਦ ਕਰਕੇ ਸਾਰੇ ਲੋਕਾਂ ਨੇ, ਦੁਕਾਨਦਾਰਾਂ ਨੇ, ਕਿਸਾਨਾਂ ਨੇ, ਸਾਰਿਆਂ ਨੇ ਪੂਰਨ ਸਮਰਥਨ ਦਿੱਤਾ ਆ। ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨੇ ਖੇਤੀ ਕਾਨੂੰਨਾਂ ਖਿਲਾਫ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸੰਯੁਕਤ ਮੋਰਚੇ ਵੱਲੋਂ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਮੁਕੰਮਲ ਤੌਰ ਤੇ ਭਾਰਤ ਬੰਦ ਕੀਤਾ ਗਿਆ। ਬੰਦ ਦੇ ਦੌਰਾਨ ਕਿਸਾਨਾਂ ਵੱਲੋਂ ਹਰ ਜ਼ਿਲ੍ਹੇ ਦੇ ਮੁੱਖ ਮਾਰਗਾਂ ਤੇ ਧਰਨੇ ਦਿੱਤੇ ਜਾ ਰਹੇ ਨੇ ਤੇ ਬਾਜ਼ਾਰ ਬੰਦ ਰੱਖਣ ਦੇ ਨਾਲ-ਨਾਲ ਸੜਕੀ ਸਮੇਤ ਰੇਲ ਆਵਾਜਾਈ ਪੂਰੀ ਤਰ੍ਹਾਂ ਠੱਪ ਕੀਤੀ ਗਈ। ਭਾਰਤ ਬੰਦ ਦਾ ਅਸਰ ਪੂਰੇ ਦੁਆਬੇ ਵਿੱਚ ਵੀ ਵਿਆਪਕ ਰੂਪ ਨਾਲ ਵੇਖਣ ਨੂੰ ਮਿਲਿਆ। ਇੱਕ ਪਾਸੇ ਜਿੱਥੇ ਜਲੰਧਰ, ਹੁਸ਼ਿਆਰਪੁਰ, ਟਾਂਡਾ, ਕਪੂਰਥਲਾ, ਫਗਵਾੜਾ, ਨਵਾਂ ਸ਼ਹਿਰ, ਰੂਪਨਗਰ ਵਿੱਚ ਕਿਸਾਨਾਂ ਵੱਲੋਂ ਹਾਈਵੇ ਤੇ ਚੱਕਾ ਜਾਮ ਕੀਤਾ ਗਿਆ, ਉੱਥੇ ਬਾਜ਼ਾਰ ਤੇ ਦੁਕਾਨਾਂ ਨੂੰ ਬੰਦ ਰੱਖ ਕੇ ਕੰਮਕਾਜ ਪੂਰੀ ਤਰ੍ਹਾਂ ਠੱਪ ਰੱਖਿਆ ਗਿਆ। ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਅੱਜ ਰਿਆਸਤੀ ਸ਼ਹਿਰ ਨਾਭਾ ਦੇ ਬਾਜ਼ਾਰ ਪੂਰਨ ਤੌਰ ਤੇ ਬੰਦ ਵਿਖਾਈ ਦੇ ਰਹੇ ਨੇ ਤੇ ਦੁਕਾਨਦਾਰਾਂ ਵੱਲੋਂ ਇਸ ਭਾਰਤ ਬੰਦ ਨੂੰ ਪੂਰਨ ਸਮਰਥਨ ਦਿੱਤਾ ਜਾ ਰਿਹਾ ਹੈ। ਵਪਾਰ ਮੰਡਲ ਨਾਭਾ ਦੇ ਪ੍ਰਧਾਨ ਸੋਮਨਾਥ ਢਾਲ ਨੇ ਕਿਹਾ ਕਿ ਅਸੀਂ ਕਿਸਾਨਾਂ ਦਾ ਪੂਰਾ ਸਾਥ ਦੇ ਰਹੇ ਹਾਂ, ਕਿਉਂ ਜੋ ਕੇਂਦਰ ਵੱਲੋਂ ਪਾਸ ਕੀਤੇ ਗਏ 3 ਖੇਤੀ ਕਾਲੇ ਕਾਨੂੰਨਾਂ ਕਾਰਨ ਵਪਾਰੀਆਂ ਦਾ ਵਪਾਰ ਵੀ ਠੱਪ ਹੋ ਕੇ ਰਹਿ ਗਿਆ। ਆੜਤੀ ਐਸੋਸੀਏਸ਼ਨ ਨਾਭਾ ਦੇ ਪ੍ਰਧਾਨ ਜਤਿੰਦਰ ਸਿੰਘ ਜੱਤੀ ਅਬੇਪੁਰ ਨੇ ਕਿਹਾ ਕਿ ਜੋ ਕੇਂਦਰ ਨੇ ਖੇਤੀ ਕਾਲੇ ਕਾਨੂੰਨ ਵਾਪਸ ਕੀਤੇ ਨੇ, ਕਿਸਾਨ, ਮਜ਼ਦੂਰ, ਵਪਾਰੀ ਤੇ ਦੁਕਾਨਦਾਰ ਉਹਨਾਂ ਨੂੰ ਰੱਦ ਕਰਾ ਕੇ ਹੀ ਦਮ ਲੈਣਗੇ, ਜਿਸ ਕਰਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਾਸ ਕੀਤੇ ਤਿੰਨੇ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕਰੇ। ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ, ਉਸ ਨੂੰ ਲੈ ਕੇ ਅੱਜ ਨਾਭਾ ਦੇ ਜਿਹੜੇ ਬਾਜ਼ਾਰ ਨੇ ਉਹ ਪੂਰੀ ਤਰ੍ਹਾਂ ਬੰਦ ਨੇ। ਤੁਸੀਂ ਦੇਖ ਸਕਦੇ ਹੋ ਪਿੱਛੇ ਬਾਜ਼ਾਰ ਨੇ ਜਿਹੜੇ ਬਿਲਕੁਲ ਬਾਜ਼ਾਰਾਂ ਵਿੱਚ ਸਨਾਟਾ ਛਾਇਆ ਹੋਇਆ ਹੈ। ਸੋ ਸਾਡੇ ਨਾਲ ਨੇ ਵਪਾਰ ਮੰਡਲ ਦੇ ਪ੍ਰਧਾਨ ਸੋਮਨਾਥ ਢੱਲ ਜੀ, ਉਹਨਾਂ ਨਾਲ ਗੱਲ ਕਰਦੇ ਹਾਂ। ਢੱਲ ਸਾਹਿਬ, ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ, ਉਹਨੂੰ ਕਿਵੇਂ ਦੇਖ ਰਹੇ ਹੋ ਤੁਸੀਂ? ਅਸੀਂ ਇਸ ਤਰ੍ਹਾਂ ਦੇਖ ਰਹੇ ਹਾਂ, ਨਾਭਾ ਵਿੱਚ ਅੱਜ ਸਾਰਾ ਬਿਲਕੁਲ ਹੀ ਮੁਕੰਮਲ ਬੰਦ ਹੈ, ਜੋ ਕਿ ਇੱਕ ਜ਼ਿਮੀਂਦਾਰਾਂ ਦੇ ਨਾਲ ਇੱਕ ਧੱਕਾ ਹੋ ਰਿਹਾ ਹੈ। ਅਸੀਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਵੀ ਤੁਸੀਂ ਇਹਨਾਂ ਦਾ ਜਿਹੜਾ ਹੈਗਾ ਇਹਨਾਂ ਦੀ ਮਨਸ਼ਾ ਪੂਰੀ ਕਰੋ ਔਰ ਸਾਰਿਆਂ ਨਾਲ ਤੁਰੋ। ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਖੇਤੀ ਕਾਲੇ ਕਾਨੂੰਨ 3 ਬਣਾਏ ਨੇ, ਇਹਨੇ ਪਾਸ ਕੀਤੇ ਨੇ, ਹੋਂਦ 'ਚ ਲਿਆਂਦੇ ਨੇ ਕੇਂਦਰ ਦੀ ਮੋਦੀ ਸਰਕਾਰ ਨੇ, ਉਹਨਾਂ ਦਾ ਕਿਸਾਨਾਂ ਦੇ ਨਾਲ ਵਪਾਰੀਆਂ ਤੇ ਵੀ ਕਾਫੀ ਵੱਡਾ ਪ੍ਰਭਾਵ ਪਊਗਾ। ਵਪਾਰੀ ਵਿਚਾਰਾ ਬਿਲਕੁਲ ਹੀ ਫੇਲ ਹੋ ਚੁੱਕਿਆ ਹੈ, ਕਿਉਂਕਿ ਨਾ ਤਾਂ ਕੋਈ ਰੁਜ਼ਗਾਰ ਰਿਹਾ ਹੈ, ਨਾ ਕੋਈ ਫੈਕਟਰੀ ਚੱਲ ਰਹੀ ਹੈ, ਨਾ ਕੋਈ ਕਾਰੋਬਾਰ ਚੱਲ ਰਿਹਾ ਹੈ। ਰੇਹੜੀ ਵਾਲਾ ਵੀ ਫੇਲ ਹੈ, ਦੁਕਾਨਦਾਰ ਵੀ ਫੇਲ ਹੈ, ਸਾਰਾ ਸ਼ਹਿਰ ਹੀ ਮਤਲਬ ਤੋਂ ਕਰ ਰਿਹਾ ਹੈ।
ਪਰ ਮੋਦੀ ਆ ਜਿਹੜਾ ਉਹ ਅੜਿਆ ਪਿਆ, ਉਹ ਬਿਲਕੁਲ ਟਸ ਤੋਂ ਮਸ ਨਹੀਂ ਹੋ ਰਿਹਾ। ਇਹਨੂੰ ਕਿਵੇਂ ਦੇਖ ਰਹੇ ਹੋ ਤੁਸੀਂ? ਮੋਦੀ ਸਾਹਿਬ ਆਪੇ ਹੀ ਮੰਨ ਜੂਗਾ, ਜਦ ਲੋਕ ਜਿਹੜੇ ਜਦੋਂ ਡੰਡਾ ਚੱਕ ਲੈਣਗੇ ਉਦੋਂ ਸ਼ੁਰੂ ਹੋ ਜੂਗਾ ਵੀ ਹੁਣ ਭਾਈ ਮੇਰਾ ਕੰਮ ਖਤਮ ਹੈ, ਵੀ ਹੁਣ ਇਹ ਮੰਨਣਾ ਪਊਗਾ ਉਹਨੂੰ। ਕਿਸਾਨਾਂ ਵੱਲੋਂ ਭਾਰਤ ਬੰਦ ਦਾ ਲਗਾਤਾਰ ਸਮਰਥਨ ਮਿਲ ਰਿਹਾ ਹੈ, ਜਿਸ ਕਾਰਨ ਕਿਸਾਨਾਂ ਨੇ ਨਾਭਾ ਪਟਿਆਲਾ ਰੋਡ ਟੋਲ ਪਲਾਜ਼ਾ ਜਾਮ ਕੀਤਾ। ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਜਿਸ ਸੰਬੰਧੀ ਸਾਡੇ ਪਟਿਆਲਾ ਤੋਂ ਪੱਤਰਕਾਰ ਅਮਰਜੀਤ ਸਿੰਘ ਨੇ ਗਰਾਊਂਡ ਜ਼ੀਰੋ ਤੇ ਜਾ ਕੇ ਹਾਲਾਤਾਂ ਦਾ ਜਾਇਜ਼ਾ ਲਿਆ। ਅੱਜ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਭਾਰਤ ਬੰਦ ਦੀ ਕਾਲ ਜਿਹੜੀ ਹੈ ਦਿੱਤੀ ਗਈ ਸੀ, ਉਸਦਾ ਜਿਹੜਾ ਅਸਰ ਅੱਜ ਭਾਰਤ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਬੇਸ਼ੱਕ ਕਿਸਾਨ ਜਥੇਬੰਦੀਆਂ ਲੰਬੇ ਸਮੇਂ ਤੋਂ ਦਿੱਲੀ ਦੇ ਵਿੱਚ ਜਿਹੜਾ ਪ੍ਰਦਰਸ਼ਨ ਕਰ ਰਹੀਆਂ ਨੇ, ਪਰ ਦਿੱਲੀ ਸਰਕਾਰ ਦੀ ਗੱਲ ਕੀਤੀ ਜਾਵੇ, ਕੇਂਦਰ ਸਰਕਾਰ ਦੀ ਗੱਲ ਕੀਤੀ ਜਾਵੇ, ਉਹ ਟਸ ਤੋਂ ਮਸ ਨਹੀਂ ਹੋ ਰਹੀ। ਅੱਜ ਦਾ ਜਿਹੜਾ ਗੱਲ ਕੀਤੀ ਜਾਵੇ ਕਿਸਾਨਾਂ ਦੀ, ਜਿਹੜਾ ਭਰਵਾਂ ਹੁੰਗਾਰਾ ਮਿਲ ਰਿਹਾ ਟੋਲ ਪਲਾਜ਼ਾ ਤੇ ਅਸੀਂ ਖੜੇ ਹਾਂ, ਜਾਣੀ ਕਿ ਜਿਹੜੀ ਇਹ ਰੋਡ ਹੈ ਨਾਭਾ ਮਲੇਰਕੋਟਲਾ ਤੇ ਲੁਧਿਆਣੇ ਨੂੰ ਜੋੜਦੀ ਹੈ, ਕਿਉਂਕਿ ਇੱਥੇ ਜਿਹੜੀਆਂ ਸਾਰੀਆਂ ਬੱਸਾਂ ਨੇ ਇੱਕ ਵਾਰ ਰੁੱਕ ਕੇ ਜ਼ਰੂਰ ਜਾਂਦੀਆਂ ਨੇ, ਕਿਉਂਕਿ ਇਹ ਟੋਲ ਪਲਾਜ਼ਾ ਲੰਬੇ ਸਮੇਂ ਤੋਂ ਬੰਦ ਪਿਆ ਸੀ। ਪਰ ਅੱਜ ਜਿਹੜਾ ਸਮਰਥਨ ਜਿਹੜਾ ਮਿਲਦਾ ਨਜ਼ਰ ਆ ਰਿਹਾ ਹੈ। ਸੋ ਕਿਸਾਨ ਜਥੇਬੰਦੀਆਂ ਵੀ ਜਿਹੜੀਆਂ ਨੇ ਉਰੇ ਅੱਜ ਡਟੀਆਂ ਹੋਈਆਂ ਨੇ। ਗੱਲਬਾਤ ਕਰਦੇ ਆ ਵੀ ਕਿਸ ਤਰ੍ਹਾਂ ਦਾ ਹੁੰਗਾਰਾ ਮਿਲ ਰਿਹਾ। ਬਾਪੂ ਜੀ, ਕੀ ਲੱਗਦਾ ਲੰਬੇ ਸੰਘਰਸ਼ ਤੋਂ ਬਾਅਦ ਜਿਹੜਾ ਤੁਸੀਂ ਇਹ ਪ੍ਰਦਰਸ਼ਨ ਕਰ ਰਹੇ ਹੋ, ਕੇਂਦਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ, ਪਰ ਅੱਜ ਜਿਹੜਾ ਬੰਦ ਦੀ ਕਾਲ ਦਿੱਤੀ ਗਈ ਹੈ? ਇਹ ਆਰ ਪਾਰ ਦੀ ਲੜਾਈ ਹੈ, ਸਾਲ ਵੀ ਹੋਰ ਲੰਘ ਸਕਦਾ। ਹਾਂ, ਜਿੰਨਾ ਚਿਰ ਕੋਈ ਢਾਂਦਾ ਨਹੀਂ, ਮੋਦੀ ਨਹੀਂ ਢਾਂਦਾ ਜਾਂ ਕਿਸਾਨ ਨਹੀਂ ਢਾਂਦੇ, ਉਹਨਾਂ ਚਿਰ ਇਹ ਅੰਦੋਲਨ ਖਤਮ ਨਹੀਂ ਹੁੰਦਾ। ਕਿਸਾਨਾਂ ਦਾ ਤਾਂ ਮਤਲਬ ਹੀ ਨਹੀਂ ਖਤਮ ਹੁੰਦਾ, ਚਾਹੇ 2 ਸਾਲ ਲੰਘ ਜਾਣ, ਅਖੀਰ ਨੂੰ ਇਹ ਗੁਜਰਾਤ ਦੇ ਭਈਏ ਨੂੰ ਹਰਾ ਕੇ ਛੱਡਣ। ਹਾਂ, ਖਤਮ ਨਹੀਂ ਇਹ ਹੁੰਦਾ ਹੈ। ਅੱਜ ਦੀ ਗੱਲ ਕੀਤੀ ਜਾਵੇ ਬਾਪੂ, ਅੱਜ ਜਿਵੇਂ ਤੁਸੀਂ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹੋ ਰੇ, ਲੰਬੇ ਸਮੇਂ ਤੋਂ ਟੋਲ ਪਲਾਜ਼ਾ ਬੰਦ ਕੀਤਾ ਗਿਆ, ਅੱਜ ਜਿਹੜਾ ਸਮਰਥਨ ਦੀ ਗੱਲ ਕੀਤੀ, ਅੱਜ ਲੋਕ ਆ ਰਹੇ ਨੇ, ਬੜੇ ਦੁਖੀ ਆ ਰਹੇ ਨੇ, ਉਹਨਾਂ ਨੂੰ ਕਿਵੇਂ ਸਮਝਾਇਆ ਜਾ ਰਿਹਾ? ਫਿਰ ਉਹਨਾਂ ਨੂੰ ਐਵੇਂ ਜਿਵੇਂ ਸਮਝਾਵਾਂਗੇ, ਬੱਚੇ ਨੂੰ ਪਤਾ ਹੈ, ਇਹ ਕਿਸੇ ਤੋਂ ਗੱਲ ਲੁਕੀ ਛਿਪੀ ਨਹੀਂ ਹੈਗੀ। ਸਾਰਿਆਂ ਨੂੰ ਪਤਾ ਵੀ ਸਾਡੇ ਨਾਲ ਕੀ ਹੋ ਰਿਹਾ ਹੈ, ਕੀ ਅਸੀਂ ਕਰਨਾ ਹੈ। ਸਭ ਸਮਝੇ ਹੋਏ ਨੇ, ਬੀਬੀਆਂ ਤੋਂ ਲਾ, ਬਜ਼ੁਰਗਾਂ ਤੋਂ ਲਾ, ਬੱਚਿਆਂ ਤੋਂ ਲਾ, ਸਾਰਿਆਂ ਨੂੰ ਪਤਾ ਹੈ। ਅਜੇ ਤਾਂ ਮੋਦੀ ਨਿਉਂਦੇ ਨਵੇਂ ਪਾ ਰਿਹਾ, ਪਿੱਛੇ ਤਾਂ ਕੀ ਹਟਣਾ ਸੀ, ਸਮਾਂ ਨਿਉਂਦੇ ਨਵੇਂ ਪਾ ਰਿਹਾ। ਹੁਣ ਬੈਂਕਾਂ ਵੀ ਜਿਹੜੇ ਨੇ ਉਹ ਪ੍ਰਾਈਵੇਟ ਕਰ ਰਿਹਾ ਤੇ ਬਹੁਤ ਕੁਝ ਕਰ ਰਿਹਾ ਜੀ। ਅੱਜ ਦੀ ਗੱਲ ਇਹ, ਅੱਜ ਪ੍ਰਾਈਵੇਟ ਬੈਂਕ ਖੁੱਲੇ ਨੇ, ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਪ੍ਰਾਈਵੇਟ ਬੈਂਕ ਕਿਉਂ ਨਹੀਂ ਬੰਦ ਕਰਵਾ ਰਹੀਆਂ? ਸਰਕਾਰੀ ਬੈਂਕ ਨੇ ਆਰਡਰ ਕਰਤਾ ਬੰਦ ਕਰ ਦਿਓ। ਕਿੱਥੇ ਨੇ ਖੁੱਲੀਆਂ ਬੈਂਕਾਂ? ਅੱਜ ਦੀ ਪ੍ਰਾਈਵੇਟ ਬੈਂਕ ਖੁੱਲੇ ਨੇ ਸਾਰੇ। ਜ਼ਿਲ੍ਹਾ ਤਰਨਤਾਰਨ ਦੇ ਕਸਬਾ ਖੇਮਕਰਨ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਸੱਦੇ ਤੇ ਕਿਸਾਨ ਆਗੂ ਰਾਜੇਵਾਲ ਪ੍ਰਧਾਨ ਪ੍ਰਗਟ ਸਿੰਘ ਮਹਿਦੀਪੁਰ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜਿਹੜੇ 3 ਕਾਲੇ ਮਾਰੇ ਕਾਨੂੰਨ ਲਾਗੂ ਕੀਤੇ ਗਏ ਨੇ, ਉਸ ਨੂੰ ਰੱਦ ਕਰਾਉਣ ਵਾਸਤੇ ਪਰ 4 ਮਹੀਨਿਆਂ ਤੋਂ ਦਿੱਲੀ ਵਿੱਚ ਧਰਨਾ ਲਗਾਤਾਰ ਜਾਰੀ ਨੇ। ਕੇਂਦਰ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ। ਉਹਨਾਂ ਕਿਹਾ ਕਿ ਫਸਲਾਂ ਭਾਵੇਂ ਪੱਕ ਚੁੱਕੀਆਂ ਨੇ, ਨਾਲ ਹੀ ਉਹਨਾਂ ਕਿਹਾ ਕਿ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਇੱਕ ਪੈਦਲ ਮਾਰਚ ਵੀ ਕੱਢਿਆ ਗਿਆ, ਜਿਸ ਵਿੱਚ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਦੁਕਾਨਦਾਰ ਤੇ ਹੋਰ ਜਿਹੜੇ ਸਾਡੀ ਸਾਥੀ ਆ ਮਾਰਕੀਟ ਦੇ ਵਿੱਚੋਂ ਬੜਾ ਭਰਵਾਂ ਹੁੰਗਾਰਾ ਮਿਲਿਆ। ਲੋਕਾਂ ਨੇ ਆਪਦੀ ਇੱਛਾ ਨਾਲ ਸੰਯੁਕਤ ਮੋਰਚੇ ਨੂੰ ਸਮਰਥਨ ਦੇਣ ਦੇ ਨਾਲ ਸਾਡੀ ਸਿਰਫ ਇੱਕ ਕਾਲ ਤੇ ਸੱਦੇ ਤੇ ਆਪਣੇ ਆਪ ਸਭ ਨੇ ਦੁਕਾਨਾਂ ਬੰਦ ਕੀਤੀਆਂ। ਸਾਨੂੰ ਕਿਸੇ ਵੀ ਵੀਰ ਨੂੰ ਜਿਹੜਾ ਹੈ ਉਹ ਕਹਿਣਾ ਨਹੀਂ ਪਿਆ ਵੀ ਤੁਸੀਂ ਦੁਕਾਨ ਬੰਦ ਕਰੋ। ਲੋਕਾਂ ਨੇ ਆਪਦੀ ਸਵੈ ਇੱਛਾ ਨਾਲ ਜਿਹੜੀਆਂ ਉਹ ਦੁਕਾਨਾਂ ਬੰਦ ਕੀਤੀਆਂ ਨੇ। ਬਿਲਕੁਲ ਖੇਮਕਰਨ ਦੀ ਸਮੁੱਚੀ ਮਾਰਕੀਟ ਜਿਹੜੀ ਆ ਉਹ ਬੰਦ ਆ, ਔਰ ਸੜਕਾਂ 'ਤੇ ਜਿਹੜੀ ਆਵਾਜਾਈ ਆ ਉਹ ਬਿਲਕੁਲ ਠੱਪ ਆ। ਔਰ ਲੋਕ ਜਿਹੜੇ ਨੇ ਇਹ ਸੰਯੁਕਤ ਮੋਰਚੇ ਨੂੰ ਔਰ ਕਾਲੇ ਕਾਨੂੰਨਾਂ ਦੇ ਵਿਰੋਧੀ ਜਿਹੜਾ ਹੈ ਇਹ ਬਿਲਕੁਲ ਲਾਮਬੰਦ ਨੇ ਔਰ ਡਟ ਕੇ ਖੜੇ ਨੇ ਔਰ ਸੰਯੁਕਤ ਮੋਰਚੇ ਦਾ ਸਮਰਥਨ ਕਰ ਰਹੇ। ਇਸ ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ। ਭਾਰਤ ਬੰਦ ਨੂੰ ਲੈ ਕੇ ਖਬਰਾਂ ਇਸੇ ਤਰ੍ਹਾਂ ਲਗਾਤਾਰ ਜਾਰੀ ਰਹਿਣਗੀਆਂ। ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ। ਧੰਨਵਾਦ। ਅਤੇ ਹੁਣ ਖਬਰਾਂ ਵਿਸਥਾਰ ਨਾਲ।
ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਦੇਸ਼ ਭਰ ਵਿੱਚ ਕਿਸਾਨਾਂ ਵੱਲੋਂ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ਦੇ ਚੱਲਦਿਆਂ ਕਿਸਾਨਾਂ ਵੱਲੋਂ ਵੱਖ-ਵੱਖ ਥਾਈਂ ਚੱਕਾ ਜਾਮ ਕੀਤਾ ਗਿਆ। ਇਸ ਦੌਰਾਨ ਸੜਕਾਂ ਤੇ ਜਿੱਥੇ ਵਾਹਨਾਂ ਦਾ ਆਉਣਾ ਜਾਣਾ ਬੰਦ ਕੀਤਾ ਜਾ ਰਿਹਾ, ਉੱਥੇ ਰੇਲ ਆਵਾਜਾਈ ਵੀ ਠੱਪ ਰਹੀ ਹੈ। ਰੇਲਵੇ ਸਟੇਸ਼ਨਾਂ ਤੇ ਬੱਸ ਸਟੈਂਡ ਤੇ ਪੁਲਿਸ ਬਲ ਤਾਇਨਾਤ ਰਿਹਾ। ਵੱਖ-ਵੱਖ ਰੇਲਵੇ ਸਟੇਸ਼ਨਾਂ ਤੇ ਕਿਸਾਨਾਂ ਵੱਲੋਂ ਧਰਨੇ ਲਗਾਏ ਗਏ। ਭਾਰਤ ਬੰਦ ਦੇ ਸੱਦੇ ਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਤਰਖਾਣ ਮਾਜਰਾ ਕੋਲ ਕਿਸਾਨਾਂ ਨੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ। ਉੱਥੇ ਹੀ ਸਰਹੰਦ ਵਿਖੇ 3 ਰੇਲ ਗੱਡੀਆਂ ਨੂੰ ਰੋਕਿਆ ਗਿਆ। ਜੰਮੂ ਤੋਂ ਦਿੱਲੀ ਜਾ ਰਹੀ ਸ਼ਿਵ ਸ਼ਕਤੀ ਐਕਸਪ੍ਰੈਸ, ਗੁਹਾਟੀ ਤੋਂ ਜੰਮੂ ਜਾ ਰਹੀ ਐਕਸਪ੍ਰੈਸ ਅਤੇ ਅੰਬਾਲਾ ਤੋਂ ਲੁਧਿਆਣਾ ਜਾ ਰਹੀ ਯਾਤਰੀ ਗੱਡੀ ਇੱਥੇ ਰੋਕੀ ਗਈ। ਸਰਹੰਦ ਵਿਖੇ ਕਿਸਾਨਾਂ ਨੇ ਜੀਟੀ ਰੋਡ ਜਾਮ ਕਰ ਦਿੱਤਾ। ਇਸ ਦੇ ਨਾਲ ਹੀ ਦਿੱਲੀ ਤੋਂ ਅੰਮ੍ਰਿਤਸਰ ਆਉਣ ਜਾਣ ਵਾਲੀ ਟ੍ਰੈਫਿਕ ਨੂੰ ਰੋਕ ਦਿੱਤਾ ਗਿਆ ਹੈ। ਟੂਰਿਸਟ ਬੱਸਾਂ 'ਚ ਸਵਾਰ ਹੋ ਕੇ यूपी ਜਾਣ ਵਾਲੇ ਮੁਸਾਫਿਰ ਵੀ ਧਰਨੇ ਵਿੱਚ ਸ਼ਾਮਿਲ ਹੋਏ ਨੇ, ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਸ਼ਾਮ ਤੱਕ ਕਿਸਾਨਾਂ ਦੇ ਨਾਲ ਹੀ ਬੈਠੇ ਰਹਿਣਗੇ। ਕਿਸਾਨਾਂ ਨੇ ਜਾਮ 'ਚ ਫਸੇ ਲੋਕਾਂ ਦੇ ਲਈ ਲੰਗਰ ਦਾ ਵੀ ਪ੍ਰਬੰਧ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਦੇਸ਼ ਭਰ ਦੇ ਪੈਟਰੋਲ ਪੰਪ ਖੁੱਲ੍ਹੇ ਰਹਿਣਗੇ ਤੇ ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ। 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਮਗਰੋਂ ਕਿਸਾਨਾਂ ਨੇ ਕੁਝ ਦਿਨਾਂ ਬਾਅਦ ਹੀ ਚੱਕਾ ਜਾਮ ਦਾ ਐਲਾਨ ਕੀਤਾ ਸੀ। ਪਿਛਲੀ ਵਾਰ ਅਸਰ ਇੰਨਾ ਜ਼ਿਆਦਾ ਵੇਖਣ ਨੂੰ ਨਹੀਂ ਮਿਲਿਆ ਸੀ। ਇਸ ਦਰਮਿਆਨ ਸਰਕਾਰ ਦੇ ਨਾਲ ਕਿਸਾਨਾਂ ਦੀ 11ਵੇਂ ਦੌਰ ਦੀ ਗੱਲਬਾਤ ਸ਼ੁਰੂ ਹੋ ਚੁੱਕੀ ਹੈ, ਪਰ ਅਜੇ ਤੱਕ ਕੋਈ ਸਹਿਮਤੀ ਨਹੀਂ ਬਣ ਸਕੀ। ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਰੱਦ ਕਰਨ ਦੀ ਮੰਗ ਤੇੜੀਆਂ ਨੇ, ਜਦੋਂ ਕਿ ਸਰਕਾਰ ਸੋਧ ਲਈ ਤਿਆਰ ਹੈ। ਦੱਸ ਦਈਏ ਕਿ ਕਿਸਾਨਾਂ ਵੱਲੋਂ ਇਹ ਭਾਰਤ ਬੰਦ ਦਾ ਅਸਰ ਸ਼ਾਮ ਦੇ 6 ਵਜੇ ਤੱਕ ਜਾਰੀ ਰਹੇਗਾ। उधर भारतीय किसान यूनियन के आगू राकेश टिकैत ने कहा कि अंदोलनकारी किसान लंबी लड़ाई लिए तैयार ने ते मंगां पूरीआं होण ते ही पिछे हटणगे। टिकैत ने दोहराया कि केंद्र नूं खेती कानून वापस लैणे चाहीदे ने ते MSP ते कानूनी गारंटी देनी चाहिदी है। उन्हां कहा कि नवे खेती कानून किसानां नूं ही नहीं सगों दूजे तबकिआं नूं भी प्रभावित करनगे। टिकैत ने करनाल जिले के असंध च एक महापंचायत नूं संबोधन करदਿਆਂ कहा कि लड़ाई सिर्फ किसानां दी नहीं है, सगों यह गरीब छोटे व्यापारियों ਲਈ भी है। उन्होंने कहा कि किसान लंबी लड़ाई ਲਈ तैयार ने ते यह अंदोलन लंबा चलेगा। ਅਸੀਂ नवंबर दिसंबर तक ਦੀਆਂ ਤਿਆਰੀਆਂ ਕੀਤੀਆਂ ਨੇ। टिकैत ने यह भी कहा कि सरकार महामारी ਦੀ ਆੜ 'ਚ ਉਹਨਾਂ ਥਾਵਾਂ ਤੇ ਪਾਬੰਦੀ ਲਗਾ ਸਕਦੀ ਹੈ ਜਿੱਥੇ ਵੱਡੀ ਗਿਣਤੀ 'ਚ ਕਿਸਾਨ ਬੈਠੇ ਨੇ, ਪਰ ਇਹ ਸਾਨੂੰ ਸੁੱਟ ਨਹੀਂ ਸਕੇਗਾ। मध्य प्रदेश के श्रीनगर जिले के लावेपुरा इलाके च वीरवार नूं अतवादी हमले विच CRPF के एक अधिकारी ते जवान की मौत हो गई है, जदों कि 2 जवान गंभीर रूप नाल जख्मी होए ने। एक सीनियर अधिकारी ने कहा कि अतवादियों ने श्रीनगर के लावेपुरा इलाके च CRPF दल ते गोलीबारी की। हमले च CRPF के 4 जवान जख्मी होए। जख्मियों विचों एक CRPF जवान ने दम तोड़ दिता, जदों कि 3 जवानों नूं इलाज लई 92 बेस हस्पताल ले जाया गया है। इस दौरान IGP कश्मीर विजय कुमार ने कहा है कि लश्कर ए तौयबा इस हमले विच शामिल है। सूत्रों ने दस्सिया कि अतवादियों ने हमले दौरान CRPF के एक जवान तो AK-47 राइफल भी खो लई है। मुंबई च एक मॉल च स्थित हस्पताल च अग लगन नाल कोविड-19 के 2 मरीजों की मौत हो गई है। उत्थे ही 70 होर मरीजों नूं सुरक्षित कढ लिया गया है। खालसे दी धरती श्री आनंदपुर साहिब खूबसूरती नाल कीती गई सजावट नगारियां दी चोट होले मुहल्ले दी शानो शौकत नूं बयान कर रही है। नगारियां दी चोट ते श्री आनंदपुर साहिब दे किला आनंदगढ़ साहिब तो होले मुहल्ले दा शुरुआत होई है। खालसे दी धरती दीयां तस्वीरां होले मुहल्ले दी अहमियत नूं बयान कर रहीआं ने। संगतां विच भी होले मुहल्ले नूं लैके काफ़ी उत्साह वेखण नूं मिल रिहा है। श्री आनंदपुर साहिब के होले मुहल्ले का जाहो जलाल नाल आगाज होया, जिस दौरान श्री अखंड पाठ साहिब आरंभ किए गए, जिसनूं लैके श्री आनंदपुर साहिब खालसाई रंग नाल रंगिया नजर आया। होले मुहल्ले नूं लैके देशां विदेशां तो पहुंची संगत का उत्साह वेखदिआं ही बनदा सी। संगतां दी आमद नूं लैके श्रोमणी गुरुद्वारा प्रबंधक कमेटी वल्लों संगतां लई रिहाइश अते मैडिकल सुविधावां दा खास प्रबंध किया गया है।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਪਣੀਆਂ ਵਿਦਿਅਕ ਸੰਸਥਾਵਾਂ ਸਮੇਤ ਮਾਨਤਾ ਪ੍ਰਾਪਤ ਅਤੇ ਐਸੋਸੀਏਟਡ ਸੰਸਥਾਵਾਂ ਦੇ ਵਿਦਿਆਰਥੀਆਂ ਲਈ ਜ਼ਰੂਰੀ ਪਾਠ ਪੁਸਤਕਾਂ ਦੀ ਮੰਗ ਦੀ ਸਮੇਂ ਸਿਰ ਪੂਰਤੀ ਸੰਬੰਧੀ ਵਿਸ਼ੇਸ਼ ਯਤਨ ਕੀਤਾ ਗਿਆ ਹੈ। ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾਕਟਰ ਵਰਿੰਦਰ ਭਾਟੀਆ ਨੇ ਦੱਸਿਆ ਕਿ ਅਕੈਡਮਿਕ ਸਾਲ 2022 ਦੇ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਅਤੇ ਐਸੋਸੀਏਟਡ ਸੰਸਥਾਵਾਂ ਸਕੂਲਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਬੋਰਡ ਵੱਲੋਂ ਪ੍ਰਕਾਸ਼ਿਤ ਪਾਠ ਪੁਸਤਕਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੁਹੱਈਆ ਕਰਵਾਏ ਜਾਣ ਦਾ ਯਤਨ ਕੀਤਾ ਗਿਆ ਹੈ। ਇਸ ਦਿਸ਼ਾ 'ਚ ਕਦਮ ਵਧਾਉਂਦੇ ਹੋਏ ਇਹਨਾਂ ਸੰਸਥਾਵਾਂ ਸਕੂਲਾਂ ਨੂੰ ਪਾਠ ਪੁਸਤਕਾਂ ਦੀ ਆਪਣੀ ਡਿਮਾਂਡ ਦਰਜ ਕਰਨ ਲਈ ਪੈਨਲ ਬੋਰਡ ਦੀ ਵੈਬਸਾਈਟ ਤੇ ਸਕੂਲ ਪੋਰਟਲ ਹੋਰਡਿੰਗ ਤਹਿਤ ਲਾਈਵ ਕਰ ਦਿੱਤਾ ਗਿਆ। ਭਾਟੀਆ ਨੇ ਅੱਗੇ ਦੱਸਿਆ ਕਿ ਇਹ ਪੈਨਲ 25 ਮਾਰਚ ਤੋਂ 8 ਅਪ੍ਰੈਲ ਤੱਕ ਲਾਈਵ ਰਹੇਗਾ। ਸੁਪਰੀਮ ਕੋਰਟ ਨੇ ਪੰਜਾਬ, ਹਰਿਆਣਾ ਸਰਕਾਰ ਅਤੇ ਹੋਰਾਂ ਨੂੰ ਦਿੱਲੀ 'ਚ ਯਮੁਨਾ ਦੇ ਪਾਣੀ ਦੀ ਸਪਲਾਈ ਤੇ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰੱਖਣ ਦਾ ਹੁਕਮ ਦਿੱਤਾ ਹੈ। ਸੁਪਰੀਮ ਕੋਰਟ ਦਿੱਲੀ ਜਲ ਬੋਰਡ ਵੱਲੋਂ ਦਰਜ ਇੱਕ ਅਰਜ਼ੀ ਤੇ ਸੁਣਵਾਈ ਕਰ ਰਹੀ ਸੀ, ਜਿਸ 'ਚ ਹਰਿਆਣਾ ਸਰਕਾਰ ਨੂੰ ਯਮੁਨਾ 'ਚ ਪ੍ਰਦੂਸ਼ਕ ਤੱਤਾਂ ਨੂੰ ਛੱਡੇ ਜਾਣ ਤੋਂ ਰੋਕਣ ਅਤੇ ਰਾਸ਼ਟਰੀ ਰਾਜਧਾਨੀ ਨੂੰ ਲੋੜੀਂਦਾ ਪਾਣੀ ਦੇਣ ਦੇ ਹੁਕਮ ਦੇਣ ਦੀ ਅਪੀਲ ਕੀਤੀ ਗਈ ਹੈ। ਬੈਂਚ ਨੇ ਕਿਹਾ ਹੈ ਕਿ ਇਹ ਪਾਣੀ ਦੇ ਮੌਲਿਕ ਅਧਿਕਾਰ ਨਾਲ ਜੁੜਿਆ ਮਾਮਲਾ ਹੈ। ਅਸੀਂ ਇਸ ਤਕਨੀਕੀ ਮੁੱਦੇ ਤੇ ਨਹੀਂ ਜਾਵਾਂਗੇ ਕਿ ਅਰਜ਼ੀ ਤੋਂ ਬਾਅਦ ਹੀ ਅਦਾਲਤੀ ਕਮਿਸ਼ਨਰ ਨਿਯੁਕਤ ਕੀਤਾ ਜਾ ਸਕਦਾ ਹੈ। ਜੇਕਰ ਜ਼ਰੂਰਤ ਹੋਈ ਤਾਂ ਅਸੀਂ ਨਿਯੁਕਤ ਕਰ ਸਕਦੇ ਹਾਂ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਾਰੂੰਕਨ ਦਾ ਬਹਾਦਰਗੜ੍ਹ ਵਿਖੇ ਦੇਰ ਰਾਤ ਕਤਲ ਕਰ ਦਿੱਤਾ ਗਿਆ ਹੈ। ਬਠਿੰਡਾ ਦੇ 61 ਸਾਲਾ ਕਿਸਾਨ ਹਾਕਮ ਸਿੰਘ ਦਾ ਗਲਾ ਵੱਢ ਕੇ ਕਤਲ ਹੋਇਆ ਹੈ। ਇਸ ਮੌਕੇ ਪਿੰਡ ਦੇ ਸਰਪੰਚ ਸੂਬਾ ਸਿੰਘ ਤੇ ਡਾਕਟਰ ਮੱਖਣ ਸਿੰਘ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਕਤ ਵਿਅਕਤੀ ਦੀ ਜਾਂਚ ਕਰਵਾਈ ਜਾਵੇ ਤੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਦੱਸਣਯੋਗ ਹੈ ਕਿ ਉਕਤ ਕਿਸਾਨ ਰੇਲ ਗੱਡੀ ਰਾਹੀਂ ਬੀਤੇ ਦਿਨ ਹੀ ਬਠਿੰਡਾ ਤੋਂ ਬਹਾਦਰਗੜ੍ਹ ਆਇਆ ਸੀ। ਹਾਕਮ ਸਿੰਘ ਬਠਿੰਡਾ ਦੇ ਪਿੰਡ ਬੱਲੋ ਦਾ ਵਾਸੀ ਹੈ। ਪਾਕਿਯੂ ਸਿੱਧੂਪੁਰ ਦੇ ਸੂਬਾ ਆਗੂ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਹਾਕਮ ਸਿੰਘ ਦੀ ਦੇਹ ਬਹਾਦਰਗੜ੍ਹ ਵਿਖੇ ਨਵੇਂ ਬਣ ਰਹੇ ਬੱਸ ਅੱਡੇ ਦੇ ਪਿੱਛੋਂ ਮਿਲੀ ਹੈ। ਉਹਨਾਂ ਦੱਸਿਆ ਕਿ ਹਾਕਮ ਸਿੰਘ ਦਾ ਅੱਧਾ ਸਿਰ ਵੱਢਿਆ ਹੋਇਆ ਸੀ। ਉਹਨਾਂ ਦੇ ਪਰਿਵਾਰਕ ਮੈਂਬਰ ਦਿੱਲੀ ਲਈ ਰਵਾਨਾ ਹੋ ਗਏ ਨੇ। ਹਾਕਮ ਸਿੰਘ ਦੀ ਦੇਹ ਨੂੰ ਬਹਾਦਰਗੜ੍ਹ ਦੇ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ। ਰਾਸ਼ਟਰਪਤੀ ਬਾਈਡਨ ਚਾਹੁੰਦੇ ਨੇ ਕਿ ਅਮਰੀਕੀ ਸੰਸਦ ਇਮੀਗ੍ਰੇਸ਼ਨ ਸੁਧਾਰ ਤੇ ਤੇਜ਼ੀ ਨਾਲ ਕੰਮ ਕਰੇ ਤਾਂ ਕਿ ਭਾਰਤੀ ਡਾਕਟਰ ਅਤੇ ਦੂਜੇ ਹੋਰ ਪੇਸ਼ੇਵਰਾਂ ਨੂੰ ਗ੍ਰੀਨ ਕਾਰਡ ਦੇਣ ਦੀ ਪ੍ਰਕਿਰਿਆ ਤੇਜ਼ੀ ਨਾਲ ਸ਼ੁਰੂ ਹੋਵੇ। ਵਾਈਟ ਹਾਊਸ ਦੀ ਮਹਿਲਾ ਬੁਲਾਰਾ ਜੈਨ ਸੌਕੀ ਨੇ ਕਿਹਾ ਕਿ ਰਾਸ਼ਟਰਪਤੀ ਦਾ ਮੰਨਣਾ ਹੈ ਕਿ ਇਸ ਕੰਮ ਲਈ ਉਹ ਕਾਂਗਰਸ ਨਾਲ ਅੱਗੇ ਵਧਣ ਦੇ ਇੱਛੁਕ ਨੇ। ਦੱਸ ਦਈਏ ਕਿ ਫਰਵਰੀ ਵਿੱਚ ਬਾਈਡਨ ਪ੍ਰਸ਼ਾਸਨ ਨੇ ਅਮਰੀਕੀ ਸੰਸਦ ਵਿੱਚ ਇੱਕ ਬਿੱਲ ਪੇਸ਼ ਕੀਤਾ ਹੈ, ਜਿਸ ਵਿੱਚ ਹੋਰ ਗੱਲਾਂ ਦੇ ਇਲਾਵਾ ਰੋਜ਼ਗਾਰ ਆਧਾਰਿਤ ਗ੍ਰੀਨ ਕਾਰਡ ਲਈ ਪ੍ਰਤੀ ਦੇਸ਼ ਕੈਪ ਨੂੰ ਖਤਮ ਕਰਨ ਦਾ ਪ੍ਰਸਤਾਵ ਵੀ ਸ਼ਾਮਿਲ ਹੈ। ਵਾਈਟ ਹਾਊਸ ਦੀ ਬੁਲਾਰਾ ਨੇ H4 ਤੇ L2 ਵੀਜ਼ਾ ਧਾਰਕਾਂ ਨੂੰ ਰੋਜ਼ਗਾਰ ਅਥਾਰਟੀ ਵੱਲੋਂ ਜਾਰੀ ਹੋਣ ਵਾਲੇ ਗ੍ਰੀਨ ਕਾਰਡ ਵਿੱਚ ਦੇਰੀ ਦੇ ਸਵਾਲ ਤੇ ਕਿਹਾ ਕਿ ਇਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਭਾਰਤੀ ਔਰਤਾਂ ਨੇ। ਉਹਨਾਂ ਨੂੰ ਜੀਵਨ ਸਾਥੀ ਦੇ ਤੌਰ ਤੇ ਵੀਜ਼ਾ ਕਾਰਵਾਈ ਵਿੱਚ ਤੇਜ਼ੀ ਜ਼ਰੂਰੀ ਹੈ। ਦੱਸ ਦਈਏ ਕਿ H1B ਵੀਜ਼ਾ ਧਾਰਕਾਂ ਦੇ ਰਿਸ਼ਤੇਦਾਰਾਂ, ਪਤੀ ਪਤਨੀ ਅਤੇ 21 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ H4 ਵੀਜ਼ਾ ਜਾਰੀ ਹੁੰਦਾ ਹੈ, ਜਿਸ ਵਿੱਚ ਜ਼ਿਆਦਾਤਰ ਭਾਰਤੀ IT ਪੇਸ਼ੇਵਰ ਸ਼ਾਮਿਲ ਨੇ। ਇਸ ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।